किताब विपरण की रीत तो सच दा मार्ग भाग दूजा। लेखक सरदार गुरबख्श सिंह काला अफगाना। 7वें कांड का पहला भाग भेख अथवा भेस। वाहिगुरू जी का खालसा वाहिगुरू जी की फतेह। भेख अथवा भेस का संबंध किसी समाजिक धार्मिक ਜਾਂ ਪਰਿਵਾਰਕ ਪਹਿਰਾਵੇ ਜਾਂ पोशाक नाल जुड़िया होया नहीं है। ਕੱਪੜੇ ਆਦਿ ਦੀ ਬਣੀ ਪੋਸ਼ਾਕ ਨੰਗੇਜ਼ ਕੱਜਣ ਲਈ ਅਥਵਾ ਸਰਦੀ ਗਰਮੀ ਨਾਲ ਉਪਜਦੀਆਂ ਸਰੀਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਹੁੰਦੀ ਹੈ। ਵੱਖ-ਵੱਖ ਧਰਮਾਂ ਦੇਸ਼ਾਂ ਸਮਾਜਾਂ ਦਾ ਲਿਬਾਸ ਵੱਖ-ਵੱਖ ਹੈ। ਕੁਝ ਲਿਬਾਸ ਖਾਸ ਸੰਸਥਾਵਾਂ ਦੀ ਵਰਦੀ ਵਜੋਂ ਹਨ, ਜਿਨ੍ਹਾਂ ਦੇ ਪਾਉਣ ਨਾਲ ਉਸ ਖਾਸ ਸੰਸਥਾ ਦੇ ਨਾਲ ਸੰਬੰਧ ਹੋਣ ਦੀ ਪਛਾਣ ਬਣਦੀ ਹੈ। ਗ੍ਰਸਤੀ ਮਨੁੱਖ ਦਾ ਲਿਬਾਸ ਉਸ ਦੀ ਸਮਾਜਿਕ ਅਥਵਾ ਪ੍ਰਦੇਸ਼ਕ ਪਛਾਣ ਹੈ ਅਤੇ ਮਾਣ ਸਤਿਕਾਰ ਦਾ ਪ੍ਰਤੀਕ ਵੀ ਹੈ, ਪਰ ਅੰਦਰ ਦੀ ਅਸਲੀਅਤ ਨੂੰ ਲੁਕਾਉਣ ਦੇ ਯਤਨ ਵਿੱਚ ਬਣਾਈ ਬਾਹਰੀ ਡਿੱਠ ਦਾ ਨਾਮ ਭੇਖ ਅਥਵਾ ਭੇਸ ਹੈ। ਖਾਸ ਤਰ੍ਹਾਂ ਦਾ ਭੇਖ ਧਾਰਨ ਕਰਨ ਵਾਲਾ ਬਹੁਤਾ ਕਰਕੇ ਅੰਦਰ ਦਾ ਝੂਠਾ ਠੱਗ ਅਥਵਾ ਧੋਖੇਬਾਜ਼ ਹੁੰਦਾ ਹੈ। ਭੇਖ ਵਟਾਉਣ ਵਿੱਚ ਨਿਪੁੰਨ ਮਨੁੱਖ ਨੂੰ ਆਮ ਬੋਲੀ ਵਿੱਚ ਬਹਿਰੂਪੀਆ ਵੀ ਕਹਿੰਦੇ ਹਨ। ਪ੍ਰਚਲਿਤ ਪਹਿਰਾਵੇ ਦੀ ਥਾਂ ਉਚੇਚਾ ਪਹਿਰਾਵਾ ਉਹੀ ਧਾਰਨ ਕਰਦਾ ਹੈ ਜਿਸ ਨੇ ਆਪਣੇ ਅੰਦਰ ਦੀ ਅਸਲੀਅਤ ਲੁਕਾਉਣੀ ਹੋਵੇ। ਆਪਣੀ ਉਤਮਤਾ ਪ੍ਰਗਟ ਕਰਨ ਲਈ ਜਿਹੜੇ ਲਿਬਾਸ ਜਾਂ ਚਿੰਨ੍ਹ ਸਾਧ ਸੰਤ ਅਥਵਾ ਧਾਰਮਿਕ ਆਗੂ ਉਚੇਚੇ ਢੰਗ ਨਾਲ ਧਾਰਨ ਕਰਦੇ ਹਨ, ਉਹਨਾਂ ਸਾਰਿਆਂ ਪਹਿਰਾਵਿਆਂ ਅਥਵਾ ਚਿੰਨ੍ਹਾਂ ਨੂੰ ਗੁਰਬਾਣੀ ਨੇ ਭੇਖ ਮੰਨਿਆ ਹੈ। ਬਾਹਰ ਦੇ ਭੇਖ ਦੇ ਆਸਰੇ ਚੰਗੇ ਬਣਨ ਵਾਲਿਆਂ ਨੂੰ ਸਤਿਗੁਰਾਂ ਪਸੰਦ ਨਹੀਂ ਕੀਤਾ। ਗੁਰੂ ਨਾਨਕ ਸਾਹਿਬ ਜੀ ਦਾ ਫਰਮਾਨ ਹੈ, ਬਾਹਰੋਂ ਵਿਖਾਵੇ ਤੇ ਪਤਵੰਤੇ ਪਰ ਅੰਦਰ ਦੇ ਝੂਠੇ ਮਨੁੱਖ ਸੰਸਾਰ ਵਿੱਚ ਹਰ ਥਾਂ ਫੈਲੇ ਹੋਏ ਹਨ। ਅਜਿਹੇ ਵਿਖਾਵਿਆਂ ਵਾਲੇ ਕਥਿਤ ਧਰਮੀ ਮਨੁੱਖ ਭਾਵੇਂ ਜਿੰਨੇ ਮਰਜ਼ੀ ਹੈ ਧਰਮ ਕਰਮ ਕਰ ਲੈਣ, ਉਹਨਾਂ ਦੇ ਅੰਦਰ ਦੀ ਮੈਲ ਕਦੇ ਦੂਰ ਨਹੀਂ ਹੋ ਸਕਦੀ। ਸਤਿਗੁਰਾਂ ਨੇ ਉਸ ਮਨੁੱਖ ਨੂੰ ਸੰਸਾਰ ਵਿੱਚ ਭਲਾ ਮੰਨਿਆ ਹੈ ਜਿਸ ਨੇ ਆਪਣੇ ਬਾਹਰੀ ਲਿਬਾਸ ਵਿੱਚ ਉਚੇਚ ਲਿਆਉਣ ਦੀ ਪਰਵਾਹ ਛੱਡ ਕੇ ਆਪਣੇ ਹਿਰਦੇ ਅੰਦਰ ਮਨੁੱਖਤਾ ਦੇ ਸ਼ੁਭ ਗੁਣਾਂ ਦਾ ਭੰਡਾਰ ਇਕੱਠਾ ਕੀਤਾ ਹੋਵੇ। ਅਜਿਹੇ ਮਨੁੱਖਾਂ ਨੂੰ ਸਦਾ ਪ੍ਰਭੂ ਮਿਲਾਪ ਦੀ ਹੀ ਲਗਨ ਲੱਗੀ ਰਹਿੰਦੀ ਹੈ। ਆਸਾ ਕੀ ਵਾਰ ਵਿੱਚ ਗੁਰੂ ਨਾਨਕ ਜੀ ਦਾ ਫਰਮਾਨ ਹੈ ਕਿ ਜਿਨ੍ਹਾਂ ਨੇ ਬਾਹਰੋਂ ਪਤਵੰਤਿਆਂ ਅਥਵਾ ਸਾਧਾਂ ਸੰਤਾਂ ਵਾਲਾ ਭੇਖ ਬਣਾਇਆ ਹੁੰਦਾ ਹੈ, ਉਹਨਾਂ ਦੇ ਅੰਦਰ ਠੱਗੀ ਦੇ ਸਿਵਾ ਹੋਰ ਕੁਝ ਨਹੀਂ ਹੁੰਦਾ। ਅਜਿਹੇ ਭੇਖੀ ਮਨੁੱਖ ਭਾਵੇਂ 68 ਤੀਰਥਾਂ ਦਾ ਇਸ਼ਨਾਨ ਭਾਵ ਸਾਰੇ ਤੀਰਥਾਂ ਦਾ ਇਸ਼ਨਾਨ ਕਰ ਲੈਣ, ਉਹਨਾਂ ਦੇ ਅੰਦਰੋਂ ਵਿਕਾਰਾਂ ਦੀ ਮੈਲ ਕਦੇ ਦੂਰ ਨਹੀਂ ਹੁੰਦੀ। ਜਿਨ੍ਹਾਂ ਅੰਦਰ ਰੇਸ਼ਮ ਹੈ ਭਾਵ ਜਿਨ੍ਹਾਂ ਦਾ ਆਚਰਣ ਉੱਚਾ ਹੈ, ਸੰਸਾਰ ਵਿੱਚ ਉਹੀ ਮਨੁੱਖ ਸ੍ਰੇਸ਼ਟ ਹਨ। ਉਹਨਾਂ ਨੇ ਪਹਿਨਿਆ ਕੀ ਹੈ, ਇਸ ਦੀ ਪਰਵਾਹ ਅੰਦਰ ਦੇ ਸੋਚਿਆਂ ਨੂੰ ਬੜੀ ਘੱਟ ਹੁੰਦੀ ਹੈ। ਮਨੁੱਖ ਦੀ ਮੱਤ ਵਿੱਚ ਰਤਨ ਜਵਾਹਰ ਮਾਣਕ ਹੋਣੇ ਚਾਹੀਦੇ ਹਨ। ਬਾਹਰ ਬੇਸ਼ੱਕ ਗੋਦੜੀ ਹੀ ਹੋਵੇ, ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ। 68 ਤੀਰਥ ਜੇ ਨਾਵੇਂ ਉਤਰੈ ਨਾਹੀ ਮੈਲ, ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਤਿਨ ਨੇਹ ਲੱਗਾ ਰੱਬ ਸੇਤੀ ਦੇਖਣੇ ਵਿਚਾਰ। ਪੰਨਾ 473। ਉਪਰੋਕਤ ਗੁਰੂ ਫਰਮਾਨ ਵਾਂਗ ਆਸਾ ਰਾਗ ਵਿੱਚ ਗੁਰੂ ਨਾਨਕ ਨਿਰੰਕਾਰੀ ਜੀ ਦਾ ਬੜਾ ਸੁੰਦਰ ਫਰਮਾਨ ਹੈ ਕਿ ਮਾਇਆ ਦੀ ਪਿਆਸ ਹੀ ਮਨੁੱਖ ਕੋਲੋਂ ਬਹੁਤੇ ਧਾਰਮਿਕ ਭੇਸ ਕਰਵਾਉਂਦੀ ਹੈ। ਨਿਰੇ ਧਾਰਮਿਕ ਪਹਿਰਾਵਿਆਂ ਨਾਲ ਮਨੁੱਖ ਸ੍ਰੇਸ਼ਟ ਨਹੀਂ ਬਣ ਸਕਦਾ। ਅਦਕ ਤਿਆਸ ਭੇਖ ਬਹੁ ਕਰੇ, ਦੁਖ ਵਿਖਿਆ ਸੁਖ ਤਨ ਪਰ ਹਰੈ, ਕਾਮ ਕ੍ਰੋਧ ਅੰਤਰ ਧਨ ਹਿਰੈ, ਦੁਬਦਾ ਛੋੜ ਨਾਮ ਨਿਸਤਰੈ। ਪੰਨਾ 352। ਅਰਥ, ਮਾਇਆ ਦੀ ਘਨੇਰੀ ਤੇ ਬੰਦੇ ਪਾਸੋਂ ਬਹੁਤੇ ਮਜ਼ਹਬੀ ਸਾਧਾਂ ਵਾਲੇ ਭੇਸ ਧਾਰਨ ਕਰਵਾਉਂਦੀ ਹੈ। ਮਨ ਦੇ ਅੰਦਰ ਵਸਦੇ ਪਾਪਾਂ ਦੀ ਪੀੜ ਦੇਹ ਦੇ ਆਰਾਮ ਨੂੰ ਨਸ਼ਟ ਕਰ ਦਿੰਦੀ ਹੈ। ਵਿਸ਼ਾ ਅਤੇ ਗੁੱਸਾ ਆਤਮਿਕ ਧਨ ਨੂੰ ਚੁਰਾ ਕੇ ਲੈ ਜਾਂਦੇ ਹਨ। ਭਾਵ ਭੇਖੀ ਮਨੁੱਖ ਦੀ ਆਤਮਾ ਮਲੀਨ ਹੁੰਦੀ ਹੈ। ਉਂਝ ਉਹ ਆਪਣੇ ਉਚੇਚੇ ਪਹਿਰਾਵੇ
ਅਥਵਾ ਬਾਹਰੀ ਭੇਖ ਦੇ ਸਿਰ ਤੇ ਲੋਕ ਵਿਖਾਵੇ ਲਈ ਪਤਮੰਤਾ ਸਾਧ ਬਣਿਆ ਹੁੰਦਾ ਹੈ। ਸੰਸਾਰੀਆਂ ਦੇ ਰੋਗ ਦੂਰ ਕਰਨ ਆਏ ਸਰਬੱਤ ਦੇ ਸੱਚੇ ਹਮਦਰਦ ਫਿਰ ਅਜਿਹੇ ਭੇਖੀ ਨੂੰ ਵੀ ਨਿਸਤਾਰੇ ਦਾ ਰਾਹ ਵਿਖਲਾਉਂਦੇ ਹੋਏ ਫਰਮਾਨ ਕਰਦੇ ਹਨ ਕਿ ਜੇ ਅਜਿਹਾ ਭੇਖੀ ਵੀ ਆਪਣੇ ਅੰਦਰੋਂ ਮਾਇਆ ਗ੍ਰਸੀ ਦੁਬਦਾ ਦਵੈਤ ਭਾਵ ਨੂੰ ਤਿਆਗ ਕੇ ਪ੍ਰਭੂ ਦੇ ਸਿਮਰਨ ਵਿੱਚ ਲੀਨ ਹੋ ਜਾਏ, ਬਚ ਰਹਿੰਦਾ ਹੈ। ਸਾਧਾਂ ਅਥਵਾ ਡੇਰੇਦਾਰਾਂ ਦੇ ਵਿਖਾਵੇ ਵਾਲੇ ਉਚੇਚੇ ਭੇਖਾਂ ਦੇ ਅੰਦਰ ਦੀ ਬੜੀ ਭਿਆਨਕ ਠੱਗੀ ਨੂੰ ਲੁਕਾਇਆ ਹੁੰਦਾ ਹੈ। ਕੋਟ ਦੀ ਪਾਲ ਤੋੜ ਲੈਣ ਨਾਲ ਜਿਸ ਭਗਤ ਆਤਮਾ ਅਥਵਾ ਮਹਾਂਪੁਰਖ ਦੇ ਅੰਦਰ ਰੱਬੀ ਨੂਰ ਦਾ ਪ੍ਰਕਾਸ਼ ਹੋ ਚੁੱਕਾ ਹੈ, ਉਸ ਨੂੰ ਭਲਾ ਕਿਸੇ ਉਚੇਚੇ ਲਿਬਾਸ ਦੀ ਕੀ ਲੋੜ, ਉਸ ਨੂੰ ਆਮ ਲੋਕਾਂ ਨਾਲੋਂ ਵੱਖਰਾ ਪਹਿਰਾਵਾ ਧਾਰਨ ਕਰਨ ਦੀ ਮੁਤਾਜੀ ਕਿਉਂ ਰਹੇ? ਅਜਿਹੇ ਕਰਮਾਂ ਵਾਲੇ ਦਿਗੰਬਰ ਹੋਣ ਦੀ ਲੋੜ ਅਨੁਭਵ ਕਿਉਂ ਹੋਵੇ? ਪਰਮ ਠੰਡ ਨਾਲ ਜੁੜੇ ਮਹਾਂਪੁਰਖ ਨੂੰ ਮਾਇਆ ਦੇ ਮੋਹ ਵਿੱਚ ਫਸਿਆਂ ਹੋਇਆਂ ਵਾਂਗ ਆਪਣੇ ਚੇਲੇ ਬਣਾ ਕੇ ਡੇਰੇ ਚਲਾਉਣ ਵਾਲੀ ਤ੍ਰਿਸ਼ਨਾ ਅੱਗ ਵਿੱਚ ਸੜਨ ਦੀ ਕੀ ਲੋੜ? ਸੂਰਜ ਨੂੰ ਆਪਣੀ ਰੌਸ਼ਨੀ ਅਥਵਾ ਗੁਣਾਂ ਦੀ ਮਸ਼ਹੂਰੀ ਕਰਾਉਣ ਲਈ ਦਲਾਲ ਲੱਭਣ ਦੀ ਲੋੜ ਕਿਉਂ ਪਵੇ? ਜਿਸ ਵਿਧਾਤੇ ਕੋਲੋਂ ਅਨੰਤ ਸੂਰਜ ਆਪਣੀ ਗਰਮੀ ਅਤੇ ਰੌਸ਼ਨੀ ਲੈ ਰਹੇ ਹਨ, ਉਹ ਪਰਮ ਨੂਰ ਜਿਸ ਦੇ ਹਿਰਦੇ ਵਿੱਚ ਆ ਬਿਰਾਜੇ, ਉਸ ਨੂੰ ਦੁਨੀਆ ਆਪਣੇ ਆਪ ਕਿਉਂ ਨਾ ਜਾਣੇ? ਜਿਸ ਦੇ ਹਿਰਦੇ ਵਿੱਚ ਪ੍ਰਭੂ ਦਾ ਨਿਵਾਸ ਹੋ ਜਾਂਦਾ ਹੈ, ਉਸ ਦੀ ਪੱਕੀ ਨਿਸ਼ਾਨੀ ਇਹ ਹੈ ਕਿ ਉਸ ਦਾ ਮਨ ਅਡੋਲ ਅਵਸਥਾ ਵਿੱਚ ਟਿਕ ਜਾਂਦਾ ਹੈ। ਉਸ ਨੂੰ ਕਿਸੇ ਭੇਖ ਦੀ ਅਥਵਾ ਕੋਈ ਡੇਰਾ ਚਾਲੂ ਕਰਨ ਦੀ ਜਾਂ ਆਪਣੇ ਚੇਲੇ ਬਣਾਉਣ ਦੀ ਕੋਈ ਲੋੜ ਰਹਿ ਹੀ ਨਹੀਂ ਜਾਂਦੀ। ਜਾ ਕੇ ਅੰਤਰ ਬਸੇ ਪ੍ਰਭ ਆਪ, ਨਾਨਕ ਤੇ ਜਨ ਸਹਿਜ ਸਮਾਤ। ਪੰਨਾ 267। ਅਜਿਹੇ ਭਾਗਾਂ ਵਾਲੇ ਮਨੁੱਖ ਦੀ ਭਟਕਣਾ ਅਥਵਾ ਤ੍ਰਿਸ਼ਨਾ ਖਤਮ ਹੋ ਜਾਂਦੀ ਹੈ। ਉਸ ਨੂੰ ਕੋਈ ਭਲਾ ਕਹੇ ਤੇ ਭਾਵੇਂ ਬੁਰਾ ਕਹੇ, ਉਹ ਹਰ ਹਾਲ ਵਿੱਚ ਆਨੰਦ ਅਤੇ ਪੂਰਨ ਟਿਕਾਓ ਵਾਲੀ ਹਾਲਤ ਵਿੱਚ ਟਿਕਿਆ ਰਹਿੰਦਾ ਹੈ। ਜਦ ਹਿਰਦਾ ਪਰਮ ਠੰਡ ਨਾਲ ਜੁੜ ਗਿਆ, ਫਿਰ ਕੋਈ ਗਰਮੀ ਨੇੜੇ ਕਿਉਂ ਆਵੇ? ਗੁਰਬਾਣੀ ਵਿੱਚ ਅਜਿਹਾ ਕੋਈ ਸ਼ਬਦ ਨਹੀਂ ਹੈ ਜਿੱਥੇ ਵਿਖਾਵੇ ਵਾਲੇ ਕਿਸੇ ਭੇਖ ਨੂੰ ਪਸੰਦ ਕੀਤਾ ਹੋਵੇ। ਭੇਖੀ ਨੂੰ ਸਤਿਗੁਰਾਂ ਨੇ ਕਪਟੀ ਅਤੇ ਠੱਗ ਮੰਨਿਆ ਹੈ। ਬਹੁ ਭੇਖ ਕਰ ਪਰਮਾਈਐ, ਮਨ ਹਿਰਦੇ ਕਪਟ ਕਮਾਏ। ਹਰ ਕਾ ਮਹਿਲ ਨਾ ਪਾਵਈ, ਮਰ ਵਿਸ਼ਟਾ ਮਾਹੇ ਸਮਾਏ। ਪੰਨਾ 26। ਅਰਥ, ਬਹੁਤੇ ਧਾਰਮਿਕ ਪਹਿਰਾਵੇ ਪਹਿਨ ਕੇ ਦੂਜਿਆਂ ਨੂੰ ਠੱਗਣ ਲਈ ਆਪਣੇ ਮਨ ਅਥਵਾ ਹਿਰਦੇ ਵਿੱਚ ਖੋਟ ਕਮਾ ਕੇ ਆਪ ਹੀ ਭਟਕਣਾ ਵਿੱਚ ਪੈ ਜਾਈਦਾ ਹੈ। ਜਿਹੜਾ ਮਨੁੱਖ ਇਹ ਵਿਖਾਵਾ ਠੱਗੀ ਕਰਦਾ ਹੈ, ਉਹ ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਨਹੀਂ ਕਰ ਸਕਦਾ, ਸਗੋਂ ਮੌਤ ਸਹੇੜ ਕੇ ਠੱਗੀ ਆਦਿਕ ਵਿਕਾਰਾਂ ਦੇ ਗੰਧ ਵਿੱਚ ਫਸਿਆ ਰਹਿੰਦਾ ਹੈ। ਉਚੇਚੀ ਤਰਜ਼ ਨਾਲ ਸੀਤੇ ਹੋਏ ਚਿੱਟੇ ਰੰਗ ਦੇ ਚੋਲੇ ਅਥਵਾ ਨਿਰਾਲੇ ਢੰਗ ਵਾਲੇ ਪੱਗਾਂ ਦੇ ਬੰਧੇਜ ਅਤੇ ਹੱਥਾਂ ਵਿੱਚ ਸਿਮਰਨੇ ਆਦਿ ਫੜਨ ਦੀ ਲੋੜ ਕੇਵਲ ਮੈਲੇ ਅਤੇ ਕਠੋਰ ਚਿੱਤ ਵਾਲੇ ਠੱਗਾਂ ਨੂੰ ਹੀ ਪੈਂਦੀ ਹੈ। ਪ੍ਰਭੂ ਦਾ ਨਾਮ ਜਪਣ ਲਈ ਕਿਸੇ ਪ੍ਰਕਾਰ ਦੇ ਦਿਖਾਵੇ ਅਤੇ ਚਿੰਨ੍ਹਾਂ ਦੀ ਭਲਾ ਕੀ ਲੋੜ? ਅਜਿਹੇ ਲੋਕ ਆਪਣੇ ਪਹਿਰਾਵੇ ਦੇ ਆਸਰੇ 'ਤੇ ਹੀ ਉੱਚੇ ਬਣ ਰਹੇ ਹੁੰਦੇ ਹਨ। ਉਂਝ ਗੁਰੂ ਦੀਆਂ ਨਜ਼ਰਾਂ ਵਿੱਚ ਅੰਦਰ ਦੇ ਪਸ਼ੂ ਅਤੇ ਢੋਰ ਹੀ ਹੁੰਦੇ ਹਨ। ਚਿੱਟੇ ਜਿਨਕੇ ਕੱਪੜੇ ਮੈਲੇ ਚਿੱਤ ਕਠੋਰ ਜੀਓ, ਤਿੰਨ ਮੁਖ ਨਾਮ ਨ ਉਪਜੈ, ਦੂਜੇ ਵਿਆਪੈ ਚੋਰ ਜੀਓ, ਮੂਲ ਨ ਬੁੱਝੈ ਆਪਣਾ, ਸੇ ਪਸ਼ੂਆਂ ਸੇ ਢੋਰ ਜੀਓ। ਪੰਨਾ 751। ਅਰਥ, ਬਗਲੇ ਵੇਖਣ ਨੂੰ ਚਿੱਟੇ ਹਨ, ਤੀਰਥਾਂ ਉੱਤੇ ਨਿਵਾਸ ਵੀ ਰੱਖਦੇ ਹਨ, ਪਰ ਸਮਾਧੀ ਲਾ ਕੇ ਮੱਛੀਆਂ ਫੜਦੇ ਹਨ। ਤਿਵੇਂ ਹੀ ਜਿਨ੍ਹਾਂ ਦੇ ਕੱਪੜੇ ਤਾਂ ਚਿੱਟੇ ਹਨ ਪਰ ਮਨ ਮੈਲੇ ਤੇ ਨਿਰਦਈ ਹਨ, ਉਹਨਾਂ ਦੇ ਮੂੰਹ ਆਖਣ ਨਾਲ ਮਨ ਵਿੱਚ ਪ੍ਰਭੂ ਦਾ ਨਾਮ ਪ੍ਰਗਟ ਨਹੀਂ ਹੁੰਦਾ। ਬਾਹਰੋਂ ਸਾਧ ਦਿਸਦੇ ਹਨ, ਅਸਲ ਵਿੱਚ ਚੋਰ ਹਨ, ਪਸ਼ੂ ਹਨ, ਭਾਵ ਮਹਾਮੂਰਖ ਹਨ। ਉਹ ਮਾਇਆ ਦੇ ਮੋਹ ਵਿੱਚ ਫਸੇ ਹੋਏ ਹਨ। ਗੇਰੂਏ ਰੰਗ ਦੇ ਕੱਪੜਿਆਂ ਅਥਵਾ ਗੋਦੜੀਆਂ ਆਦਿ ਪਾਈ ਫਿਰਦਿਆਂ ਬਾਰੇ ਫਰਮਾਨ ਇਸ ਪ੍ਰਕਾਰ ਹਨ। ਘੋਲੀ ਗੇਰੂ ਰੰਗ ਚੜਾਇਆ, ਵਸਤਰ ਭੇਖ ਭੇਖਾਰੀ, ਕਾਪੜ ਫਾਰ ਬਣਾਈ ਖਿੰਥਾ, ਝੋਲੀ ਮਾਇਆ ਧਾਰੀ, ਘਰ ਘਰ ਮੰਗੈ ਜਗ ਪ੍ਰਬੋਧੈ, ਮਨ ਅੰਧੈ ਪਤ ਹਾਰੀ, ਭਰਮ ਭੁਲਾਣਾ ਸ਼ਬਦ ਨ ਚੀਨੈ, ਜੂਐ ਬਾਜ਼ੀ ਹਾਰੀ। ਪੰਨਾ
1012। ਅਰਥ ਮਨਮੁਖ ਬੰਦਾ ਗੇਰੀ ਘੋਲ ਕੇ ਕੱਪੜੇ ਰੰਗਦਾ ਹੈ, ਧਾਰਮਿਕ ਪਹਿਰਾਵੇ ਵਾਲੇ ਕੱਪੜੇ ਪਾ ਕੇ ਭਿਖਾਰੀ ਬਣ ਜਾਂਦਾ ਹੈ, ਕੱਪੜੇ ਪਾੜ ਕੇ ਪਹਿਨਣ ਲਈ ਗੋਦੜੀ ਬਣਾਉਂਦਾ ਹੈ ਅਤੇ ਅੰਨ ਆਟਾ ਆਦਿਕ ਮਾਇਆ ਪਵਾਉਣ ਲਈ ਝੋਲੀ ਤਿਆਰ ਕਰ ਲੈਂਦਾ ਹੈ। ਆਪ ਤਾਂ ਹਰੇਕ ਘਰ ਵਿੱਚ ਜਾ ਕੇ ਭਿੱਖਿਆ ਮੰਗਦਾ ਹੈ, ਪਰ ਲੋਕਾਂ ਨੂੰ ਸੱਤ ਧਰਮ ਦਾ ਉਪਦੇਸ਼ ਕਰਦਾ ਹੈ। ਆਪਣਾ ਮਨ ਅੰਨਾ ਹੋਣ ਦੇ ਕਾਰਨ ਮਨਮੁਖ ਆਪਣੀ ਇੱਜ਼ਤ ਗਵਾ ਲੈਂਦਾ ਹੈ। ਭਟਕਣਾ ਵਿੱਚ ਪੈ ਕੇ ਜੀਵਨ ਰਾਹ ਤੋਂ ਖੁੰਝਿਆ ਹੋਇਆ ਗੁਰੂ ਦੇ ਸ਼ਬਦ ਨੂੰ ਪਛਾਣਦਾ ਨਹੀਂ। ਜਿਵੇਂ ਕੋਈ ਜਵਾਰੀਆ ਜੂਏ ਵਿੱਚ ਬਾਜ਼ੀ ਹਾਰਦਾ ਹੈ, ਤਿਵੇਂ ਇਹ ਮਨਮੁਖ ਆਪਣੀ ਮਨੁੱਖਾ ਜਨਮ ਦੀ ਬਾਜ਼ੀ ਹਾਰ ਜਾਂਦਾ ਹੈ। ਇੱਕ ਭਸਮ ਲਗਾਏ ਫਿਰੈ ਭੇਖ ਧਾਰੀ, ਬਿਨ ਸ਼ਬਦੇ ਹਉਮੈ ਕਿਨ ਮਾਰੀ, ਅਨ ਦਿਨ ਜਲ ਤਰਹਿ ਦਿਨ ਰਾਤੀ, ਭਰਮ ਭੇਖ ਭਰਮਾਈ ਹੈ। ਪੰਨਾ 1046। ਅਰਥ ਕਈ ਐਸੇ ਹਨ ਜੋ ਸਾਧੂਆਂ ਵਾਲਾ ਬਾਣਾ ਪਾ ਕੇ ਪਿੰਡੇ ਉੱਤੇ ਸੁਆਹ ਮਲ ਕੇ ਤੁਰੇ ਫਿਰਦੇ ਹਨ, ਪਰ ਗੁਰੂ ਦੇ ਸ਼ਬਦ ਤੋਂ ਬਿਨਾਂ ਕੋਈ ਵੀ ਮਨੁੱਖ ਹਉਮੈ ਨੂੰ ਮੁਕਾ ਨਹੀਂ ਸਕਿਆ। ਸਾਧ ਬਾਣੇ ਵਿੱਚ ਹੁੰਦਿਆਂ ਵੀ ਉਹ ਹਰ ਵੇਲੇ ਦਿਨ ਰਾਤ ਤ੍ਰਿਸ਼ਨਾ ਦੀ ਅੱਗ ਵਿੱਚ ਸੜਦੇ ਰਹਿੰਦੇ ਹਨ। ਉਹ ਭਰਮ ਵਿੱਚ ਭੇਖ ਦੇ ਭੁਲੇਖੇ ਵਿੱਚ ਭਟਕਦੇ ਫਿਰਦੇ ਹਨ। ਆਪਣੀ ਉੱਤਮਤਾਈ ਦਾ ਪ੍ਰਗਟਾਵਾ ਕਰਨ ਦੀ ਤ੍ਰਿਸ਼ਨਾ ਵਿੱਚ ਗ੍ਰਸੇ ਹੋਏ ਹੰਕਾਰੀ ਭੇਖੀਆਂ ਦੀ ਇੱਕ ਹੋਰ ਜਮਾਤ ਬਾਰੇ ਗੁਰੂ ਫਰਮਾਨ ਇਉਂ ਹੈ: ਕਾਜੀ ਸ਼ੇਖ ਭੇਖ ਫਕੀਰਾ, ਵੱਡੇ ਕਹਾਵੇਂ ਹਉਮੈ ਤਨ ਪੀਰਾ, ਕਾਲ ਨਾ ਛੋੜੈ ਬਿਨ ਸਤਿਗੁਰ ਕੀ ਧੀਰਾ। ਪੰਨਾ 227। ਅਰਥ ਕਾਜ਼ੀ ਅਖਵਾਉਣ, ਸ਼ੇਖ ਅਖਵਾਉਣ, ਵੱਡੇ ਵੱਡੇ ਭੇਖਾਂ ਵਾਲੇ ਫਕੀਰ, ਸਾਧ ਸੰਤ ਗੱਦੀਦਾਰ, ਚੇਲਿਆਂ ਬਾਲਕਿਆਂ ਵਾਲੇ ਅਤੇ ਭਾਵੇਂ ਟਕਸਾਲਾਂ ਚਲਾਉਣ ਵਾਲੇ ਅਖਵਾਉਣ, ਦੁਨੀਆ ਵਿੱਚ ਆਪਣੇ ਆਪ ਨੂੰ ਵੱਡੇ ਵੱਡੇ ਅਖਵਾਉਣ, ਪਰ ਜੇ ਸਰੀਰ ਵਿੱਚ ਹਉਮੈ ਦੀ ਪੀੜ ਹੈ ਤਾਂ ਮੌਤ ਖਲਾਸੀ ਨਹੀਂ ਕਰਦੀ। ਆਤਮਿਕ ਮੌਤ ਪਿੱਛੇ ਨਹੀਂ ਛੱਡਦੀ। ਆਤਮਿਕ ਜੀਵਨ ਪੱਲਰਦਾ ਨਹੀਂ। ਸਤਿਗੁਰੂ ਤੋਂ ਮਿਲੇ ਨਾਮ ਆਧਾਰ ਤੋਂ ਬਿਨਾਂ ਇਹ ਆਤਮਿਕ ਮੌਤ ਟਿਕੀ ਰਹਿੰਦੀ ਹੈ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ, ਬਾਹਰ ਭੇਖ ਅੰਤਰ ਮਲ ਮਾਇਆ, ਸ਼ਬਸ਼ ਨਾਹੇ ਕਛ ਕਰੇ ਛਪਾਇਆ, ਬਾਹਰ ਗਿਆਨ ਧਿਆਨ ਇਸ਼ਨਾਨ, ਅੰਤਰ ਵਿਆਪੈ ਲੋਭ ਸੁਆਨ, ਅੰਤਰ ਅਗਨ ਬਾਹਰ ਤਨ ਸੁਹਾ, ਗਲ ਪਾਥਰ ਕੈਸੇ ਤਰੇ ਆਥਾ, ਜਾ ਕੇ ਅੰਤਰ ਬਸੇ ਪ੍ਰਭੂ ਆਪ, ਨਾਨਕ ਤੇ ਜਨ ਸਹਿਜ ਸਮਾਤ। ਪੰਨਾ 267। ਅਰਥ ਜਾਤ ਮਨੁੱਖ ਦੀ ਹੈ, ਭਾਵ ਮਨੁੱਖ ਸ਼੍ਰੇਣੀ ਵਿੱਚ ਜੰਮਿਆ ਹੈ, ਪਰ ਕੰਮ ਪਸ਼ੂਆਂ ਵਾਲੇ ਕਰਦਾ ਹੈ। ਉਂਝ ਦਿਨ ਰਾਤ ਲੋਕਾਂ ਵਾਸਤੇ ਧਰਮੀ ਹੋਣ ਦਾ ਵਿਖਾਵਾ ਕਰ ਰਿਹਾ ਹੈ। ਬਾਹਰ ਸਰੀਰ ਉੱਤੇ ਧਾਰਮਿਕ ਪੋਸ਼ਾਕ ਹੈ, ਪਰ ਮਨ ਵਿੱਚ ਮਾਇਆ ਦੀ ਮੈਲ ਹੈ। ਬਾਹਰਲੇ ਭੇਖ ਨਾਲ ਛੁਪਾਉਣ ਦਾ ਯਤਨ ਕੀਤਿਆਂ ਮਨ ਦੀ ਮੈਲ ਲੁਕਦੀ ਨਹੀਂ। ਬਾਹਰ ਵਿਖਾਵੇ ਵਾਸਤੇ ਤੀਰ ਇਸ਼ਨਾਨ ਦੀਆਂ ਗੱਲਾਂ ਕਰਦਾ ਹੈ, ਸਮਾਧੀਆਂ ਵੀ ਲਾਉਂਦਾ ਹੈ, ਪਰ ਮਨ ਵਿੱਚ ਲੋਭ ਰੂਪ ਕੁੱਤਾ ਜ਼ੋਰ ਪਾ ਰਿਹਾ ਹੈ। ਮਨ ਵਿੱਚ ਤ੍ਰਿਸ਼ਨਾ ਦੀ ਅੱਗ ਹੈ। ਬਾਹਰ ਸਰੀਰ ਸਵਾਹ ਨਾਲ ਲਬੇੜਿਆ ਹੋਇਆ ਹੈ। ਜੇ ਗਲ ਵਿੱਚ ਵਿਕਾਰਾਂ ਦੇ ਪੱਥਰ ਹੋਣ ਤਾਂ ਅਥਾਹ ਸੰਸਾਰ ਸਮੁੰਦਰ ਨੂੰ ਕਿਵੇਂ ਤਰੇ। ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰਭੂ ਆ ਵਸਦਾ ਹੈ, ਹੇ ਨਾਨਕ, ਉਹ ਅਡੋਲ ਅਵਸਥਾ ਵਿੱਚ ਟਿਕ ਜਾਂਦਾ ਹੈ। ਬਾਹਰ ਭੇਖ ਨਾ ਪਾਈਐ ਪ੍ਰਭ ਅੰਤਰ ਜਾਮੀ, ਇਕਸ ਹਰ ਜਿਉ ਬਾਹਰੀ ਸਭ ਫਿਰੇ ਨਿਕਾਮੀ। ਪੰਨਾ 1099। ਅਰਥ ਰੱਬ ਬਾਹਰਲੇ ਭੇਖਾਂ ਨਾਲ ਨਹੀਂ ਮਿਲਦਾ, ਕਿਉਂਕਿ ਉਹ ਹਰੇਕ ਦੇ ਦਿਲ ਦੀ ਜਾਣਦਾ ਹੈ ਤੇ ਰੱਬ ਦੇ ਮਿਲਾਪ ਤੋਂ ਬਿਨਾਂ ਸਾਰੀ ਸ੍ਰਿਸ਼ਟੀ ਵਿਅਰਥ ਵਿਚਰਦੀ ਹੈ। ਨਗਨ ਫਿਰਤ ਜੋ ਪਾਈਐ ਜੋਗ, ਬਨ ਕਾ ਮਿਰਗ ਮੁਕਤ ਸਭ ਹੋਗ, ਕਿਆ ਨਾਂਗੇ ਕਿਆ ਬਾਧੇ ਚਾਮ, ਜਬ ਨਹੀਂ ਚੀਨਸ ਆਤਮ ਰਾਮ। ਰਹਾਉ ਮੂੰਡ ਮੰਡਾਏ ਜੋ ਸਿਧ ਪਾਈ, ਮੁਕਤੀ ਭੇੜ ਨਾ ਗਈਆ ਕਾਈ। ਪੰਨਾ 324। ਅਰਥ ਜੇ ਨੰਗੇ ਫਿਰਦਿਆਂ ਪਰਮਾਤਮਾ ਨਾਲ ਮਿਲਾਪ ਹੋ ਸਕਦਾ ਹੈ ਤਾਂ ਜੰਗਲ ਦਾ ਹਰੇਕ ਪਸ਼ੂ ਮੁਕਤ ਹੋ ਜਾਣਾ ਚਾਹੀਦਾ ਹੈ। ਜਦ ਤੱਕ ਪਰਮਾਤਮਾ ਨੂੰ ਨਹੀਂ ਪਛਾਣਦਾ ਤਦ ਤੱਕ ਨੰਗੇ ਰਿਆਂ ਕੀ ਸੌਰ ਜਾਣਾ ਹੈ ਤੇ ਪਿੰਡੇ ਤੇ ਚਾਮਲ ਪੇਟਿਆਂ ਕੀ ਮਿਲ ਜਾਣਾ ਹੈ। ਰਹਾਉ ਜੇ ਸਿਰ ਮੁਨਾਇਆ ਸਿੱਧੀ ਮਿਲ ਸਕਦੀ ਹੈ ਤਾਂ ਇਹ ਕੀ ਕਾਰਨ ਹੈ ਕਿ ਕੋਈ ਵੀ ਭੇਡ ਹੁਣ ਤਾਈਂ ਮੁਕਤ ਨਹੀਂ ਹੋਈ।
ਐ ਜੀ ਬਹੁਤ ਭੇਖ ਕਰੇ ਭਿਖਿਆ ਕੋ, केते उदर भरन कै ताई, बिन हर भगत नाहि सुख प्राणी, बिन गुर गर्भ न जाई। पन्ना 504। अर्थ, हे भाई, तू प्रभु का नाम विसार के पेट भरन की खातर दर दर तो भिक्षिया लैण वास्ते कई तरह के धार्मिक भेख बना रहा है। पर हे प्राणी, परमात्मा की भगती तो बिना आत्मक आनंद नहीं मिल सकता। गुरु की शरण तो बिना अहंकार दूर नहीं हुंदा। जिस जल निध कारण तुम जग आए, सो अमृत गुर पाही जियो, छोडो वेस भेख चतुराई, दुविधा ए फल नाही जियो। पन्ना 598। अर्थ, हे भाई, जिस अमृत दे खजाने की खातर तुसीं जगत विच आए हो, वो अमृत गुरु पासों मिलदा है। पर विखावे वाले धार्मिक भेख का पहरावा छड्डो, मन की चलाकी भी छड्डो। बाहरों शक्ल धर्मियां वाली ते अंदर दुनिया नूं ठगण की चलाकी, ये दो रुखी चाल विच पिया अमृत फल नहीं मिल सकता। हिंदू धर्म के ग्रंथां विच लिबास पहनण की पाबंदी लिखी मिलती है, जिवें कि गल अते पैरां थाणी पहने जाण वाले वस्त्रां नूं पहनना ब्राह्मण लई सिमरतियां विच मनाही लिखी है। सिख धर्म विच सवाए दस्तार अते कछहरे दे होर किसी प्रकार के लिबास पहनण की कोई पाबंदी नहीं है। किसी समय सिंह भी गिलतियां रखते सन, फिर तणीदार कुड़तियां पहनण लग पए, फिर गोडियां ताईं लम्मा तणियां वाला अंगरखा चोगा अते फिर कोट पतलून आदि का रिवाज हुंदा गया। पतलून महाराजा रणजीत सिंह की फौज के सिपाहियां की वर्दी का हिस्सा सी। गुरमत मारतंड ग्रंथ के 806 सफ़े ते यह लिखिया है कि श्री गुरु गोबिंद सिंह जी जद पचादियां दे देश पुजे तां उन्हां ने लुंगी अते खेस भेट कीता। दशमेश जी ने लुंगी तेड़ बन लई अते मोढे ते खेस रख के फरमाया, जिहा देस तिहा भेस, तेड़ लुंगी ते मोढे खेस। ਜਿਹੜੀਆਂ बीबियां जत्थियां विच फौजी सेवा करदियां सन, ਉਹ ਮਰਦਾਵਾਂ ਪਹਿਰਾਵਾ ਪਹਿਨ ਸਕਦੀਆਂ ਸਨ, ਪਰ ਆਮ ਤੌਰ 'ਤੇ ਸਿੰਘਣੀਆਂ ਦਾ ਲਿਬਾਸ ਚੁੰਨੀ, ਕੁੜਤੀ, ਕੱਛ, ਖੁੱਲ੍ਹੀ ਸਲਵਾਰ ਹੀ ਮੁੱਢ ਤੋਂ ਰਿਹਾ। ਸਮੇਂ ਦੀ ਤਬਦੀਲੀ ਨਾਲ ਕੇਸਾਂ ਦੀ ਰੱਖਿਆ ਨੂੰ ਮੁੱਖ ਰੱਖ ਕੇ ਸਵਾਏ ਕਛਹਿਰੇ ਅਤੇ ਪਗੜੀ ਦੇ ਕੋਈ ਵੀ ਲਿਬਾਸ ਪਹਿਨਿਆ ਜਾ ਸਕਦਾ ਹੈ। ਹਜ਼ਾਰਾਂ ਸਾਲ ਪਹਿਲਾਂ ਬ੍ਰਾਹਮਣ ਨੇ ਲੋਕਾਂ ਨੂੰ ਲੁੱਟਣ ਵਾਸਤੇ ਕਈ ਤਰ੍ਹਾਂ ਦੇ ਲਿਬਾਸ ਅਥਵਾ ਭੇਸ ਵਾਲੇ ਸੰਤ ਬਾਣੇ ਚਾਲੂ ਕਰ ਲਏ ਸਨ। ਇਨ੍ਹਾਂ ਵੱਖ-ਵੱਖ ਸੰਤ ਟੋਲਿਆਂ ਨੇ ਮਾਇਕ ਲੁੱਟ ਨੂੰ ਮੁੱਖ ਰੱਖ ਕੇ ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਲਈ ਤਪ ਕਰਨ ਦੀ ਦੌੜ ਆਰੰਭ ਲਈ ਸੀ, ਤਾਂ ਜੋ ਆਪਣੇ ਟੋਲੇ ਵਾਲੇ ਸਾਧੂਆਂ ਦੀ ਆਤਮਿਕ ਉੱਚਤਾ ਦਾ ਭਰਮ ਪਾ ਕੇ ਲੋਕਾਂ ਕੋਲੋਂ ਵੱਧ ਤੋਂ ਵੱਧ ਮਾਇਆ ਠੱਗੀ ਜਾਵੇ। ਵਰਾਂ ਸਰਾਪਾਂ ਦਾ ਚੱਕਰ ਵੀ ਲੁੱਟ ਦਾ ਹੀ ਸਾਧਨ ਸੀ। ਜਿਨ੍ਹਾਂ ਨੂੰ ਕਿਸੇ ਰਿੱਧੀ ਸਿੱਧੀ ਦਾ ਕਿਣਕਾ ਹੱਥ ਲੱਗ ਗਿਆ, ਉਹਨਾਂ ਦੇ ਚੇਲਿਆਂ ਦੀ ਠੱਗੀ ਵੱਧ ਚੱਲ ਤੁਰਦੀ ਸੀ। ਸਮੇਂ ਦੇ ਨਾਲ ਨਾਲ ਸਾਧੂਆਂ ਦੇ ਅੱਡ-ਅੱਡ ਭੇਖਾਂ ਦਾ ਪ੍ਰਭਾਵ ਲੋਕਾਂ ਦੇ ਮਨਾਂ ਨੇ ਅਜਿਹਾ ਕਬੂਲ ਲਿਆ ਕਿ ਭੇਖੀਆਂ ਦਾ ਉਚੇਚਾ ਸਤਿਕਾਰ ਸਿਖਰ 'ਤੇ ਜਾ ਪੁੱਜਾ। ਸਾਧ ਭੇਖ ਵਾਲਾ ਭਾਵੇਂ ਘਰ ਘਰ ਫਿਰ ਕੇ ਮੰਗਣ ਵਾਲਾ ਮੰਗਤਾ ਹੀ ਕਿਉਂ ਨਾ ਹੋਵੇ, ਉਸ ਪ੍ਰਤੀ ਵੀ ਭੈ ਰਲਿਆ ਸਤਿਕਾਰ ਹਰ ਇੱਕ ਦੇ ਮਨ ਵਿੱਚ ਪਹਿਲਾਂ ਹੀ ਬਣਿਆ ਹੁੰਦਾ ਸੀ। ਬ੍ਰਾਹਮਣ ਦੇ ਉੱਤਰਾ ਅਧਿਕਾਰੀ ਹੀ ਗੁਰੂ ਪੰਥ ਵਿੱਚ ਆ ਰਲੇ ਅਤੇ ਉਹਨਾਂ ਨੇ ਸਿੱਖ ਭਾਈਚਾਰੇ ਦੇ ਪ੍ਰਚਲਿਤ ਰਿਵਾਜ ਵਾਲੇ ਪਹਿਰਾਵੇ ਤੋਂ ਵੱਖਰਾ ਸੰਤ ਬਾਣਾ ਥਾਪ ਲਿਆ, ਅਰਥਾਤ ਉਚੇਚੇ ਬੰਦੇਜ ਵਾਲੀ ਛੋਟੀ ਪੱਗ, ਲੰਮਾ ਕੁੜਤਾ ਜਾਂ ਚੋਲਾ ਗੁੱਟ 'ਤੇ ਸਿਮਰਨਾ, ਹੱਥ ਵਿੱਚ ਮਾਲਾ ਜਾਂ ਤੀਰ ਫੜ ਲਿਆ। ਕਿਸੇ ਨੇ ਚਾਦਰ ਦੀ ਗਿਲਤੀ, ਕੰਬਲ ਦਾ ਪਹਿਰਨਾ, ਜੁੱਤੀ ਦੀ ਥਾਂ ਖੜਾਵਾਂ ਆਦਿਕ ਪਾ ਲਈਆਂ। ਸੰਤ ਭੇਖ ਨੂੰ ਉਚੇਚਾ ਸਤਿਕਾਰ ਦੇਣ ਦੇ ਸੰਸਕਾਰ ਲੋਕਾਂ ਦੇ ਦਿਲਾਂ ਵਿੱਚ ਪਹਿਲਾਂ ਹੀ ਕਈ ਪੀੜ੍ਹੀਆਂ ਤੋਂ ਬਣੇ ਹੋਏ ਸਨ। ਬ੍ਰਾਹਮਣੀ ਸੰਤ ਟੋਲਿਆਂ ਵਾਂਗ ਹੀ ਸਿੱਖੀ ਭੇਖ ਵਾਲੇ ਸੰਤ ਠੱਗਾਂ ਨੇ ਸਿੱਖੀ ਦੇ ਪ੍ਰਚਾਰ ਦਾ ਬੁਰਕਾ ਪਾ ਕੇ ਅੱਡਰੇ ਡੇਰੇ ਅਥਵਾ ਗਲਤੀਆਂ ਚਾਲੂ ਕਰ ਲਈਆਂ। ਸੰਤ ਬਾਣੇ ਦੀਆਂ ਸਿੱਖ ਜਗਤ ਵਿੱਚ ਵੀ ਪੰਜੇ ਘਿਓ ਵਿੱਚ ਹੋ ਗਈਆਂ। ਜਿਸ ਨੂੰ ਵੀ ਇਸ ਭੇਖ ਵਿੱਚ ਵੇਖਿਆ, ਝੱਟ ਹੀ ਡੰਡੌਤ ਕਰਕੇ ਉਸ ਦੀ ਉਚੇਚੀ ਸੇਵਾ ਕਰਨੀ ਆਰੰਭ ਕਰ ਦੇਣੀ। ਗੁਰਮਤਿ ਤੋਂ ਲੋਕਾਂ ਦੀ ਅਗਿਆਨਤਾ ਦਾ ਲਾਭ
ਇਨ੍ਹਾਂ ਭੇਖੀਆਂ ਨੇ ਵੀ ਚੰਗੀ ਤਰ੍ਹਾਂ ਲਿਆ। ਕਈ ਠੱਗੀਆਂ ਵੱਜੀਆਂ, ਪਰ ਲੋਕਾਂ ਦੀ ਸ਼ਰਧਾ ਵਿੱਚ ਫਰਕ ਨਾ ਆਇਆ। ਅਖੇ ਸੰਤ ਜੀ ਮਹਾਂਪੁਰਖ ਜੀ ਕਥਾ ਕੀਰਤਨ ਕਰਨ ਲੱਗੇ ਸੰਗਤ ਨੂੰ ਸੱਚਖੰਡ ਵਿੱਚ ਲੈ ਵੜਦੇ ਹਨ। ਸਿੱਖੀ ਦਾ ਬੜਾ ਪ੍ਰਚਾਰ ਕਰ ਰਹੇ ਹਨ। ਖੂਬ ਉੱਲੂ ਬਣਾਇਆ ਗੁਰੂ ਨਾਨਕ ਦੇ ਸਿੱਖਾਂ ਨੂੰ ਵੀ ਇਸ ਸੰਤ ਭੇਖ ਨੇ। ਕਈਆਂ ਨੇ ਆਪਣੀ ਗੱਦੀ ਸੰਤ ਡੇਰੇ ਤੋਂ ਅਗਾਂਹ ਟਪਾ ਲਈ। ਉਹ ਗੁਰੂ ਆਪ ਹੀ ਬਣ ਬੈਠੇ। ਸੰਤ ਭੇਖ ਵਾਲੇ ਡੇਰੇਦਾਰ ਅਜਿਹੇ ਭੇਖ ਗੁਰੂ ਨੂੰ ਆਪਣੇ ਨਾਲੋਂ ਅੱਗੇ ਲੰਘ ਗਿਆ ਵੇਖ ਸਹਾਰ ਨਾ ਸਕੇ ਅਤੇ ਸਾੜੇ ਕਾਰਨ ਉਹਨਾਂ ਦੇ ਦੁਸ਼ਮਣ ਬਣ ਗਏ। ਕਦੇ ਭੇਖੀ ਵੀ ਕਿਸੇ ਪ੍ਰਚਾਰ ਦਾ ਉੱਤਰ ਪ੍ਰਚਾਰ ਦਾ ਦੇਣ ਜੋਗੇ ਹੋਏ ਹਨ। ਦਲੀਲ ਨਾਲ ਗੁਰੂ ਬਾਣੀ ਦੇ ਸ਼ਬਦ ਪ੍ਰਮਾਣਾਂ ਦੇ ਸਹਾਰੇ ਕਿਸੇ ਦੀ ਤਸੱਲੀ ਕਰਾਉਣ ਦੀ ਕੀ ਲੋੜ ਹੈ। ਫੜ ਲਓ ਬੰਦੂਕਾਂ ਤੇ ਉਜਾੜ ਦਿਓ ਵਸਦੇ ਘਰਾਂ ਨੂੰ। ਹਜ਼ਾਰਾਂ ਸਾਲਾਂ ਤੋਂ ਇਹਨਾਂ ਭੇਖੀਆਂ ਦੀ ਲੜਾਈ ਨੇ ਕਈ ਜ਼ੁਲਮੀ ਕਾਰੇ ਕਰਵਾਏ ਅਤੇ ਅਜੇ ਪਤਾ ਨਹੀਂ ਕੀ ਵਾਪਰਨਾ ਹੈ। ਭੇਖੀਆਂ ਨੇ ਗੁਰਮਤਿ ਸਿਧਾਂਤ ਦੀ ਖੰਡਨਾ ਕਰਨ ਵਿੱਚ ਜਰਾ ਕਸਰ ਨਾ ਰੱਖੀ, ਪਰ ਗੁਰੂ ਕੇ ਲਾਲ ਨੇ ਸਿੱਖੀ ਭੇਖ ਵਾਲੇ ਇਹਨਾਂ ਬਿਪਰਾਂ ਨੂੰ ਅੱਜ ਤਾਈਂ ਨਹੀਂ ਪਛਾਣਿਆ। ਇਹ ਸਾਰੀ ਕਰਾਮਾਤ ਸਾਧ ਭੇਖ ਦੀ ਹੀ ਹੈ। ਜਿਨ੍ਹਾਂ ਪ੍ਰਚਾਰਕਾਂ ਅਥਵਾ ਰਾਗੀਆਂ ਢਾਡੀਆਂ ਨੇ ਸਟੇਜ 'ਤੇ ਆਉਣ ਲੱਗਿਆਂ ਗੋਲ ਪੱਗ ਬੰਨ੍ਹ ਲੈਣ ਦੇ ਨਾਲ ਸੰਤ ਬਾਣੇ ਪਾ ਲਏ, ਲੋਕਾਂ ਨੇ ਉਹਨਾਂ ਦੀ ਗੱਲ ਉਚੇਚੇ ਧਿਆਨ ਨਾਲ ਸੁਣੀ ਅਤੇ ਉਚੇਚੀ ਸੇਵਾ ਕੀਤੀ। ਅਜਿਹੇ ਸਵਾਰਥੀ ਭੇਖੀਆਂ ਨੇ ਹੀ ਪੰਥ ਵਿੱਚ ਵਿਪਰਨ ਕੀ ਰੀਤ ਵਾੜਨੀ ਆਰੰਭ ਕੀਤੀ ਹੋਈ ਹੈ। ਗੁਰੂ ਦਰਬਾਰ ਵਿੱਚ ਬੈਠਣ ਵਾਲਾ ਅਥਵਾ ਗੁਰੂ ਕੀ ਸਟੇਜ 'ਤੇ ਬੋਲਣ ਵਾਲਿਆਂ ਵਿੱਚੋਂ ਕਾਲੀਆਂ ਐਨਕਾਂ ਸਿਰਫ ਸੂਰਮਾ ਸਿੰਘ ਅੱਖਾਂ ਤੋਂ ਅੰਨਾ ਹੀ ਲਾ ਸਕਦਾ ਸੀ। ਉਂਝ ਕਾਲੀਆਂ ਐਨਕਾਂ ਲਾ ਕੇ ਅਥਵਾ ਘੁੰਡ ਕੱਢ ਕੇ ਗੁਰੂ ਦਰਬਾਰ ਵਿੱਚ ਆਉਣਾ ਗੁਰੂ ਮਹਾਰਾਜ ਦਾ ਤਿਰਸਕਾਰ ਕਰਨ ਤੁਲ ਸਮਝਿਆ ਜਾਂਦਾ ਸੀ। ਪਰ ਅੱਖੀਆਂ ਦੀ ਸ਼ਰਮ ਨੂੰ ਲੁਕਾਉਣ ਵਾਲੇ ਠੱਗ ਪ੍ਰਚਾਰਕਾਂ ਅਥਵਾ ਭਾਈਆਂ ਨੇ ਕਾਲੀਆਂ ਐਨਕਾਂ ਲਾ ਕੇ ਸਟੇਜਾਂ 'ਤੇ ਬੈਠਣ ਵਿੱਚ ਸੁੱਖ ਮੰਨ ਲਿਆ ਹੋਇਆ ਹੈ। ਗਿਣ ਮਿੱਥ ਕੁਝ ਸ਼ਬਦ ਯਾਦ ਕਰਕੇ ਲੋਕਾਂ ਦੇ ਮਨਾਂ ਅੰਦਰ ਆਪਣੀ ਵਿਦਵਤਾ ਦਾ ਪ੍ਰਭਾਵ ਬਣਾ ਕੇ ਜੇਬਾਂ ਭਰੀ ਜਾ ਰਹੇ ਨੇ। ਮਾਇਆ ਬਿੱਖ ਦੀ ਉਗਰਾਈ ਵਾਸਤੇ ਗੁਰਬਾਣੀ ਰੂਪੀ ਅੰਮ੍ਰਿਤ ਸੁਣਾਉਣ ਵਾਲੇ ਲਈ ਗੁਰੂ ਫਰਮਾਨ ਹੈ। ਅੰਮ੍ਰਿਤ ਬਿੱਖ ਮੁਖ ਅੰਮ੍ਰਿਤ ਸੁਣਾਵੇ, ਜੰਮਪੁਰ ਬਾਂਧਾ ਚੋਟਾਂ ਖਾਵੇ। ਪੰਨਾ 194। ਬਾਹਰੋਂ ਵਿਖਾਵੇ ਲਈ ਧਾਰਮਿਕ ਪਹਿਰਾਵਾ ਅਤੇ ਉਚੇਚੇ ਪਖੰਡਾਂ ਗ੍ਰਸੀ ਸੁੱਚਮ ਮਰਜ਼ਾਦਾ ਦੀ ਪ੍ਰਦਰਸ਼ਨੀ ਕਰਨ ਵਾਲਿਆਂ ਮਾਨਸ ਖਾਣੇ ਕਥਿਤ ਧਰਮੀਆਂ ਤੇ ਅੰਦਰ ਦੀ ਘਾਤਕ ਕਾਲਖ ਨੂੰ ਸ੍ਰੀ ਗੁਰੂ ਨਾਨਕ ਜੀ ਮਹਾਰਾਜ ਨੇ ਆਪਣੇ ਫੁਰਮਾਨ ਵਿੱਚ ਨੰਗਾ ਕੀਤਾ ਹੈ। ਮਾਨਸ ਖਾਣੇ ਕਰੇ ਨਿਵਾਜ਼, ਛੁਰੀ ਵਗਾਇਨ ਤਿੰਨ ਗਲ ਤਾਗ, ਤਿੰਨ ਘਰ ਬ੍ਰਾਹਮਣ ਪੂਰੇ ਨਾਦ, ਉਹਨਾਂ ਵੀ ਆਵੇਂ ਉਹੀ ਸਾਧ, ਕੂੜੀ ਰਾਸ ਕੂੜਾ ਵਪਾਰ, ਕੂੜ ਬੋਲ ਕਰੇ ਆਹਾਰ, ਸ਼ਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਹਿਆ ਭਰਪੂਰ, ਮੱਥੇ ਟਿੱਕਾ ਤੇੜ ਧੋਤੀ ਕਾ ਖਾਈ, ਹੱਥ ਛੁਰੀ ਜਗਤ ਕਾ ਸਾਈ, ਨੀਲ ਬਸਤਰ ਪੈਰ ਹੋਵੇਂ ਪਰਵਾਨ, ਮਲੇਸ਼ ਧਾਨ ਲੈ ਪੂਜੈ ਪਰਾਣ, ਅਭਾਖਿਆ ਕਾ ਕੋਠਾ ਬੱਕਰਾ ਖਾਣਾ, ਚੌਂਕੇ ਉੱਪਰ ਕਿਸੇ ਨਾ ਜਾਣਾ, ਦੇ ਕੈ ਚੌਂਕਾ ਕੱਢੀ ਕਾਰ, ਉੱਪਰ ਆਏ ਬੈਠੇ ਕੁੜਿਆਰ, ਮਤ ਪਿਟੈ ਵੇ ਮਤ ਪਿਟੈ, ਇਹ ਅੰਨ ਅਸਾਡਾ ਫਿਟੈ, ਤਨ ਫਿਟੈ ਫੇੜ ਕਰੇਨ, ਮਨ ਜੂਠੈ ਚੁੜੀ ਭਰੇਨ, ਕਹੋ ਨਾਨਕ ਸੱਚ ਧਿਆਈਐ, ਸੋਚ ਹੋਵੇ ਤਾਂ ਸੱਚ ਪਾਈਐ। ਪੰਨਾ 471। ਨੋਟ ਇਸ ਪਾਵਨ ਸ਼ਲੋਕ ਦੇ ਅਰਥ ਪਹਿਲੇ ਭਾਗ ਦੇ ਪਹਿਲੇ ਕਾਂਡ ਧਰਤੀ ਮਾਤਾ ਦੀ ਪੁਕਾਰ ਲੇਖ ਵਿੱਚ ਲਿਖੇ ਜਾ ਚੁੱਕੇ ਹਨ। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਦੂਜਾ, ਲੇਖਕ ਸਰਦਾਰ ਗੁਰਬਖਸ਼ ਸਿੰਘ ਜੀ ਕਾਲਾ ਅਫਗਾਨਾ, 7ਵੇਂ ਕਾਂਡ ਦਾ ਪਹਿਲਾ ਭਾਗ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।